किताब विपरण की रीत तो सच दा मार्ग भाग तीजा। लेखक सरदार गुरबख्श सिंह काला अफगाना। चौथे कांड का 8वां भाग तिन्नां दरियावां सों दोस्ती। 9वां भाग परमात्मा दरियाओ। 10वां भाग जीवन रूपी दरियाओ, दिल दरिया, संसार दरिया अते 11वां भाग नदी जां दरिया का दृष्टांत होर तरह। वाहिगुरू जी का खालसा वाहिगुरू जी की फतेह। तिन्नां दरियावां स्यों दोस्ती। बड़े सुलझे हुए विद्वान ਅਤੇ ਗੁਰਮਤਿ ਦੇ ਗਿਆਤਾ ਗੁਰਸਿੱਖ ਵੀ ਜਦੋਂ ਪੇਸ਼ਾਵਰ ਕੀਰਤਨੀਏ ਅਥਵਾ ਰਾਗੀ ਬਣ ਜਾਂਦੇ ਹਨ ਤਾਂ ਉਹ ਵੀ ਵੱਧ ਤੋਂ ਵੱਧ ਮਾਇਆ ਇਕੱਠੀ ਕਰ ਲੈਣ ਦੀ ਲਾਲਸਾ ਦੇ ਹੱਥ ਵਿਕ ਜਾਂਦੇ ਹਨ। ਉਹਨਾਂ ਦੀ ਵਿਦਿਆ ਅਤੇ ਗੁਰਮਤਿ ਸੂਝ-ਬੂਝ ਗੁਰਬਾਣੀ ਦੇ ਮਨਮਤੀ ਅਰਥ ਕਰਕੇ ਲੋਕਾਂ ਨੂੰ ਭਰਮਾਉਣ ਦਾ ਪਾਪ ਕਰਨ ਵਿੱਚ ਰੁੱਝ ਜਾਂਦੀ ਹੈ। ਅਜਿਹੇ ਹੀ ਇੱਕ ਬੜੇ ਸਤਿਕਾਰਤ ਰਾਗੀ ਸਿੰਘ ਜੀ, ਜਿਨ੍ਹਾਂ ਨੂੰ ਲਿਖੀ ਚਿੱਠੀ ਪੁਸਤਕ ਦੇ ਪਹਿਲੇ ਭਾਗ ਦਾ ਪ੍ਰਕਰਣ 26 ਹੈ, ਦੇ ਕੀਰਤਨ ਦੀਆਂ ਟੇਪਾਂ ਕੈਸਟਸ ਬਾਜ਼ਾਰ ਵਿੱਚ ਵਿਕਦੀਆਂ ਹਨ। ਉਹਨਾਂ ਨੇ ਹੇਠ ਲਿਖਿਆ ਸ਼ਬਦ ਬੜੀ ਸੁਰੀਲੀ ਆਵਾਜ਼ ਅਤੇ ਮਨਮੋਹਣੀ ਲੈਅ ਵਿੱਚ ਗਾਵਿਆ ਹੋਇਆ ਹੈ ਅਤੇ ਨਾਲ ਹੀ ਅਰਥ ਕਰਦਿਆਂ ਤਿੰਨਾਂ ਦਰਿਆਵਾਂ ਸਿਓ ਦੋਸਤੀ ਦੇ ਮਨਮਤੀ ਵਿਪਰਨ ਕੀ ਰੀਤ ਨਾਲ ਜੋੜਨ ਵਾਲੇ ਅਰਥ ਪਾਣੀ ਦੀ ਨਦੀ ਅਥਵਾ ਪਾਣੀ ਦਾ ਦਰਿਆ ਕੀਤੇ ਹੋਏ ਹਨ। ਉਹ ਗੁਰੂ ਸ਼ਬਦ ਇਸ ਪ੍ਰਕਾਰ ਹੈ। ਸ਼ਲੋਕ ਮਹੱਲਾ ਦੂਜਾ। ਅੱਠੀਂ ਪਹਿਰੀ 8 ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ 9 ਨਿਧ ਨਾਮ ਏਕ, ਭਾਲੈ ਗੁਣੀ ਗਹੀਰ, ਕਰਮਵੰਤੀ ਸਾਲਾਇਆ ਨਾਨਕ ਕਰ ਗੁਰ ਪੀਰ। ਚੌਥੇ ਪਹਿਰ ਸਬਾਹ ਕੈ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਉ। ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਐ ਵੰਨੀ ਚੜ੍ਹੈ ਚੜਾਓ। ਜੇ ਹੋਵੈ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ, ਸੱਤੀ ਪਹਿਰੀ 7 ਭਲਾ ਬਈਐ ਪੜਿਆ ਪਾਸ। ਉਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ, ਉਥੇ ਖੋਟੇ ਸਟੀਐ ਖਰੇ ਕੀਚੈ ਸਾਬਾਸ਼। ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੈ ਪਾਸ, ਪੰਨਾ 146। ਅਰਥ, ਜੇ ਧਰਤੀ ਦੇ ਕਥਿਤ 9 ਖੰਡਾਂ ਵਿੱਚੋਂ 9 ਖੰਡ ਮਨੁੱਖਾ ਸਰੀਰ ਨੂੰ ਮੰਨ ਲਿਆ ਜਾਏ ਤਾਂ 8 ਪੈਰ ਮਨੁੱਖ ਦਾ ਮਨ ਧਰਤੀ ਦੇ ਸਾਰੇ 8 ਖੰਡੀ ਪਦਾਰਥਾਂ ਵਿੱਚ ਲੱਗਾ ਰਹਿੰਦਾ ਹੈ। ਕੋਈ ਵਿਰਲੇ ਭਾਗਾਂ ਵਾਲੇ ਬੰਦੇ ਗੁਰੂ ਨੂੰ ਮੁਰਸ਼ਦ ਧਾਰ ਕੇ 9ਵੇਂ ਖੰਡ ਸਰੀਰ ਵਿੱਚ 9 ਨਿਧ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਲੱਭਦੇ ਹਨ। ਸਵੇਰ ਦੇ ਚੌਥੇ ਪਹਿਰ ਭਾਵ ਤੜਕਸਾਰ ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿੱਚ ਇਸ 9 ਨਿਧ ਨਾਮ ਲਈ ਚਾਉ ਪੈਦਾ ਹੁੰਦਾ ਹੈ। ਉਸ ਵੇਲੇ ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਉਹਨਾਂ ਦੇ ਮਨ ਵਿੱਚ ਤੇ ਮੂੰਹ ਵਿੱਚ ਨਾਮ ਵਸਦਾ ਹੈ। ਉੱਥੇ ਸਤ ਸੰਗ ਵਿੱਚ ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ। ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਜਿਵੇਂ ਤਾ ਦੇ ਦੇ ਕੇ ਸੋਨੇ ਨੂੰ ਕੱਸ ਲਈਦਾ ਹੈ, ਤਿਵੇਂ ਅੰਮ੍ਰਿਤ ਵੇਲੇ ਦੀ ਘਾਲ ਕਮਾਈ ਦੀ ਉਹਨਾਂ ਦੇ ਸਰੀਰ ਨੂੰ ਕੱਸ ਲੈਂਦੀ ਹੈ ਤੇ ਭਗਤੀ ਦਾ ਸੋਹਣਾ ਰੰਗ ਚੜ੍ਹਦਾ ਹੈ। ਜਦੋਂ ਸਰਾਪ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਫੇਰ ਤਪਾਣ ਭਾਵ ਹੋਰ ਘਾਲਾਂ ਦੀ ਲੋੜ ਨਹੀਂ ਰਹਿੰਦੀ। 8ਵਾਂ ਪਹਿਰ ਤੜਕੇ ਦਾ ਵੇਲਾ ਪ੍ਰਭੂ ਚਰਨਾਂ ਵਿੱਚ ਵਰਤ ਕੇ ਬਾਕੀ 7 ਵੀ ਚੰਗਾ ਆਚਰਨ ਬਣਾਉਣ ਦੀ ਲੋੜ ਹੈ। ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ। ਉਹਨਾਂ ਦੀ ਸੰਗਤ ਵਿੱਚ ਬੈਠਿਆਂ ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ। ਝੂਠ ਦੀ ਪੂੰਜੀ ਘਟਦੀ ਹੈ ਕਿਉਂਕਿ ਉਸ ਸੰਗਤ ਵਿੱਚ ਖੋਟੇ ਕੰਮਾਂ ਨੂੰ ਸੁੱਟ ਦਈਦਾ ਹੈ ਅਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਉੱਥੇ ਇਹ ਵੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ। ਦੁੱਖ ਸੁੱਖ ਉਸ ਖਸਮ ਪ੍ਰਭੂ ਦੇ ਬਣੇ ਪੱਕੇ ਨੇਮ ਅਨੁਸਾਰ ਹੀ ਮਿਲਦੇ ਹਨ। ਭੁਲੇਖੇ ਤੋਂ ਬਚੇ ਰਹਿ ਕੇ ਗੁਰਮਤਿ ਸਿਧਾਂਤ ਦੇ ਅਨੁਕੂਲ ਅਰਥ ਸਮਝ ਸਕਣ ਦੀ ਸਹੂਲਤ ਲਈ ਗੁਰਮਤਿ ਆਸ਼ੇ ਦੇ ਸਾਰੇ ਪੱਖਾਂ ਤੋਂ ਜਾਣਕਾਰੀ ਕਰ ਲੈਣ ਲਈ ਦਰਿਆ, ਸਰੋਵਰ, ਸਾਗਰ ਆਦਿ ਸ਼ਬਦਾਂ ਦੀ ਵਰਤੋਂ ਵਾਲੇ
ਗੁਰੂ ਬਾਣੀ ਸ਼ਬਦਾਂ ਦੀ ਵਿਚਾਰ ਕਰ ਲੈਣੀ ਜ਼ਰੂਰੀ ਹੈ। ਭਾਗਨਾਮਾ ਪਰਮਾਤਮਾ ਦਰਿਆਓ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਪੰਨਾ 365। ਅਰਥ, ਹੇ ਪ੍ਰਭੂ, ਤੂੰ ਜ਼ਿੰਦਗੀ ਦਾ ਮਾਨੋ ਇੱਕ ਦਰਿਆ ਹੈ। ਸਾਰੇ ਜੀਵ ਤੇਰੇ ਵਿੱਚ ਹੀ ਮਾਨੋ ਲਹਿਰਾਂ ਹਨ। ਤੈਥੋਂ ਬਿਨਾਂ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਸਾਰੇ ਜੀਵ ਜੰਤ ਤੇਰੀ ਰਚੀ ਹੋਈ ਖੇਡ ਹੈ। ਜਿਨ੍ਹਾਂ ਦੇ ਮੱਥੇ ਉੱਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਤੈਥੋਂ ਵਿਛੜੇ ਹੋਏ ਹਨ, ਪਰ ਤੇਰੀ ਰਜ਼ਾ ਅਨੁਸਾਰ ਸੰਜੋਗਾਂ ਦੇ ਲੇਖ ਨਾਲ ਫਿਰ ਤੇਰੇ ਨਾਲ ਮਿਲਾਪ ਹੋ ਜਾਂਦਾ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾ। ਪੰਨਾ 25। ਅਰਥ, ਹੇ ਪ੍ਰਭੂ, ਤੂੰ ਇੱਕ ਦਰਿਆ ਸਮਾਨ ਹੈ। ਮੈਂ ਤੇਰੇ ਵਿੱਚ ਰਹਿਣ ਵਾਲੀ ਨਿੱਕੀ ਜੀ ਇੱਕ ਮੱਛੀ ਹਾਂ। ਮੈਂ ਤੇਰਾ ਅਖੀਰਲਾ ਬੰਨਾ ਨਹੀਂ ਲੱਭ ਸਕਦੀ। ਮੇਰੀ ਹਾਲਤ ਤੂੰ ਹੀ ਜਾਣਦਾ ਹੈ, ਤੂੰ ਹੀ ਨਿੱਤ ਵੇਖਦਾ ਹੈ। ਹੇ ਪ੍ਰਭੂ, ਜਿਵੇਂ ਦਰਿਆ ਦੀ ਮੱਛੀ ਜਿੱਧਰ ਜਾਵੇ ਦਰਿਆ ਹੀ ਦਰਿਆ ਵੇਖਦੀ ਹੈ, ਉਸੇ ਤਰ੍ਹਾਂ ਮੈਂ ਜਿੱਧਰ ਵੇਖਦੀ ਹਾਂ ਉੱਧਰ ਉੱਧਰ ਤੈਨੂੰ ਹੀ ਵੇਖਦੀ ਹਾਂ। ਜੇ ਮੈਂ ਪ੍ਰਭੂ ਦਰਿਆ ਵਿੱਚੋਂ ਬਾਹਰ ਨਿਕਲ ਜਾਵਾਂ ਤਾਂ ਉਸੇ ਵੇਲੇ ਤੜਫ ਮਰਦੀ ਹਾਂ। ਭਾਵ ਹਰ ਥਾਂ ਵਿਆਪਕ ਪ੍ਰਭੂ ਨੂੰ ਭੁੱਲ ਜਾਣਾ ਹੀ ਮਨੁੱਖ ਦੀ ਆਤਮਕ ਮੌਤ ਹੈ। ਅਸਮਾਨ ਮਿਲਾਨੇ ਲਹੰਦ ਦਰਿਆ, ਗੁਸਲ ਕਰਦਨ ਬੂਦ। ਕਰ ਫੱਕਰ ਦਾਇਮ ਲਾਏ ਚਸ਼ਮੇ, ਜੈ ਤਹਾਂ ਮੌਜੂਦ। ਪੰਨਾ 727। ਅਰਥ, ਇਸਲਾਮੀ ਵਿਸ਼ਵਾਸ ਅਨੁਸਾਰ ਰੱਬ ਨੂੰ ਸੱਤਵੇਂ ਅਸਮਾਨ 'ਤੇ ਬੈਠਾ ਸਮਝਣ ਦੀ ਥਾਂ, ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਤੇਰੇ ਅੰਤःਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ। ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਉਸ ਦੀ ਸਦਾ ਬੰਦਗੀ ਕਰ। ਇਹ ਭਗਤੀ ਦੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਦਰਿਆਓ ਤੂੰ, ਦੇਹੰਦ ਤੂੰ, ਬਿਸ਼ੀਅਰ ਤੂੰ ਧਨੀ। ਦੇ ਲੇਹ ਏਕ ਤੂੰ, ਦਿਗਰ ਕੋ ਨਹੀਂ। ਪੰਨਾ 727। ਅਰਥ, ਤੂੰ ਰਹਿਮਤਾਂ ਦਾ ਦਰਿਆ ਹੈ, ਤੂੰ ਦਾਤਾ ਹੈ, ਤੂੰ ਬਹੁਤ ਹੀ ਧਨ ਵਾਲਾ ਹੈ। ਇੱਕ ਤੂੰ ਹੀ ਹੈ ਜੋ ਜੀਵਾਂ ਨੂੰ ਪਦਾਰਥ ਦਿੰਦਾ ਹੈ ਜਾਂ ਮੋੜ ਲੈਂਦਾ ਹੈ। ਕੋਈ ਹੋਰ ਐਸਾ ਨਹੀਂ ਜੋ ਇਹ ਸਮਰੱਥਾ ਰੱਖਦਾ ਹੋਵੇ। ਭਾਵੇਂ ਵਰਾਂ ਤੇ ਸਰਾਪਾਂ ਦੇ ਭਰਮ ਦਾ ਜਾਲ ਖਿਲਾਰੀ ਬੈਠੇ ਹੋਏ ਕਥਿਤ ਸਾਧ ਸੰਤ ਫਕੀਰ ਸਭ ਦੇ ਸਭ ਨਿਰੇ ਠੱਗ ਹਨ। ਸਿਵਾਏ ਭਰਮਾਊ ਗੱਲਾਂ ਦੇ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈ। ਪਰਮਾਤਮਾ ਹੀ ਦੁਨਿਆਵੀ ਪਦਾਰਥਾਂ ਦੀ ਬਖਸ਼ਿਸ਼ ਕਰਦਾ ਹੈ ਅਤੇ ਫਿਰ ਸਾਡੀਆਂ ਮੰਦੀਆਂ ਕਰਤੂਤਾਂ ਦੇ ਕਾਰਨ ਹੀ ਪ੍ਰਭੂ ਦੇ ਬਣੇ ਅਟਲ ਨੇਮ ਅਨੁਸਾਰ ਸਾਰਾ ਧਨ ਪਦਾਰਥ ਜਾਂਦਾ ਰਹਿੰਦਾ ਹੈ। ਚਿਲ ਮਿਲ ਬਿਸ਼ਿਆਰ ਦੁਨੀਆ ਫਾਨੀ, ਕਾਲੂਬ ਅਕਲ ਮਨ ਗੌਰ ਨ ਮਾਨੀ। ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ, ਏਕ ਚੀਜ਼ ਮੁਝੇ ਦੇਹ ਅਵਰ ਜ਼ਹਿਰ ਚੀਜ਼ ਨਾ ਪਾਇਆ। ਪੁਰਬ ਖਾਮ ਕੁਝੇ ਹਿਕਮਤ ਖੁਦਾਇਆ, ਮਨ ਤੁਵਾਨਾ ਤੂੰ ਕੁਦਰਤੀ ਮਾਇਆ। ਸਗ ਨਾਨਕ ਦੀਵਾਨ ਮਸਤਾਨਾ, ਨਿਤ ਚੜ੍ਹੇ ਸਵਾਇਆ। ਪੰਨਾ 1291। ਅਰਥ, ਬਿਜਲੀ ਦੀ ਲਿਸ਼ਕ ਵਾਂਗ ਦੁਨੀਆ ਦੀ ਚਮਕ ਬਹੁਤ ਹੈ, ਪਰ ਹੈ ਨਾਸ ਹੋ ਜਾਣ ਵਾਲੀ। ਜਿਸ ਚਮਕ ਨੂੰ ਵੇਖ ਕੇ ਮੈਂ ਮੂਰਖ ਨੇ ਮੌਤ ਦਾ ਚੇਤਾ ਭੁਲਾ ਦਿੱਤਾ। ਮੈਂ ਕਮੀਨਾ ਹਾਂ, ਮੈਂ ਬਹੁਤ ਹੀ ਮਾੜਾ ਹਾਂ, ਪਰ ਹੇ ਖੁਦਾ, ਤੂੰ ਰਹਿਮਤ ਦਾ, ਸਖਾਵਤ ਦਾ, ਤੂੰ ਬਖਸ਼ਿੰਦ ਦਾ ਦਰਿਆ ਹੈ। ਮੈਨੂੰ ਇੱਕ ਆਪਣਾ ਨਾਮ ਦੇ, ਹੋਰ ਚੀਜ਼ਾਂ ਮੈਨੂੰ ਜ਼ਹਿਰ ਵਰਗੀਆਂ ਹਨ। ਇਹ ਮੈਨੂੰ ਪਿਆਰੀਆਂ ਚੰਗੀਆਂ ਨਹੀਂ ਲੱਗਦੀਆਂ। ਹੇ ਖੁਦਾ, ਮੇਰਾ ਸਰੀਰ ਕੱਚਾ ਕੂਜਾ ਪਿਆਲਾ ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ। ਇਹ ਤੇਰੀ ਅਜਬ ਕਾਰੀਗਰੀ ਹੈ। ਹੇ ਖੁਦਾ, ਤੂੰ ਤਵਾਨਾ ਬਲਵਾਨ ਹੈ। ਮੈਂ ਤੇਰੀ ਕੁਦਰਤ ਨਾਲ ਜਗਤ ਵਿੱਚ ਆਇਆ ਹਾਂ। ਹੇ ਖੁਦਾ, ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ। ਮਿਹਰ ਕਰ, ਇਹ ਮਸਤੀ ਨਿਤ ਵੱਧਦੀ ਰਹੇ, ਕਿਉਂਕਿ ਦੁਨੀਆ ਅੱਗ ਵਾਂਗ ਹੈ ਤੇ ਤੇਰਾ ਨਾਮ ਠੰਡ ਪਾਉਣ ਵਾਲਾ ਹੈ। ਭਾਈ ਗੁਰਦਾਸ ਜੀ ਨੇ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਸਮੇਂ ਵਾਹਿਗੁਰੂ ਦਰਿਆ ਵਿੱਚ ਲੀਨਤਾ ਦਾ ਹਾਲ ਇਸ ਤਰ੍ਹਾਂ ਚਿਤਰਿਆ ਹੈ। ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੋਲੀਨ ਹੇਤ ਨਿਰਬਾਣੀ।
ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨ ਆਣੀ। ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਵਿੱਚ ਰੈਣ ਵਿਹਾਣੀ। ਗੁਰ ਉਪਦੇਸ਼ ਨ ਵਿਸਰੈ ਬਾਬੀ ਹੈ ਜਿਉ ਆਖ ਬਖਾਣੀ। ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਗੁਰ ਅਰਜਨ ਵਿਟੋਂ ਕੁਰਬਾਨੀ। ਅਰਥ ਨਿਰਵਾਣ ਜੋਤੀ ਜੋ ਸਮਾਉਣ ਦੀ ਖਾਤਰ ਸਦਾ ਸਥਿਰ ਦਰਿਆ ਵਾਹਿਗੁਰੂ ਵਿੱਚ ਗੁਰੂ ਅਰਜਨ ਸਾਹਿਬ ਜੀ ਮੱਛੀ ਦੇ ਦਰਿਆ ਵਿੱਚ ਲੀਨ ਰਹਿਣ ਵਾਂਗ ਲੀਨ ਹੋਏ। ਵਾਹਿਗੁਰੂ ਦਾ ਦਰਸ਼ਨ ਕਰਕੇ ਪਤੰਗ ਵਾਂਗ ਗੁਰੂ ਜੀ ਦੀ ਜੋਤ ਜੋਤੀ ਅਕਾਲ ਪੁਰਖ ਵਿੱਚ ਸਮਾ ਗਈ। ਜਿਸ ਵੇਲੇ ਪੰਚਮ ਗੁਰੂ ਜੀ ਨੂੰ ਤਸੀਹਾਂ ਦੀ ਡਾਢੀ ਭੀੜ ਪਈ ਔਕੜ ਬਣੀ, ਉਸ ਵੇਲੇ ਗੁਰੂ ਜੀ ਨੇ ਆਪਣੇ ਜੀਵ ਵਿੱਚ ਹੋਰ ਕੁਝ ਨਹੀਂ ਲਿਆਂਦਾ। ਮ੍ਰਿਗ ਜਿਵੇਂ ਫੜਿਆ ਜਾਣ ਲੱਗਾ ਘੰਡੇ ਹੇੜੇ ਦੇ ਨਾਦ ਵਿੱਚ ਮਸਤ ਰਹਿੰਦਾ ਹੈ, ਤਿਵੇਂ ਸ਼ਬਦ ਸੁਰਤ ਦੀ ਲਿਵ ਵਿੱਚ ਟਿਕੇ ਰਹੇ। ਜੋਤੀ ਜੋਤ ਸਮਾਉਣ ਤੋਂ ਪਹਿਲੀ ਰਾਤ ਬੜੀ ਕਸ਼ਟ ਦੀ ਸੀ, ਪਰ ਭਾਈ ਸਾਹਿਬ ਜੀ ਦੱਸਦੇ ਹਨ ਕਿ ਗੁਰੂ ਜੀ ਦੀ ਉਹ ਰਾਤ ਵੀ ਭਵਰ ਦੀ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਮਿਲੇ ਰਹਿ ਕੇ ਮਨ ਸੁੱਖਾਂ ਦੇ ਡੱਬੇ ਵਿੱਚ ਬੈਠਿਆਂ ਬੀਤੀ। ਭਾਵ ਗੁਰੂ ਜੀ ਨੇ ਕਸ਼ਟ ਨਹੀਂ ਮੰਨਿਆ, ਸਹਿਜ ਆਨੰਦ ਵਿੱਚ ਹੀ ਰਹੇ। ਨਿਰੇ ਆਪ ਹੀ ਆਤਮ ਸੁੱਖ ਵਿੱਚ ਟਿਕੇ ਨਹੀਂ ਰਹੇ, ਗੁਰੂ ਜੀ ਨੂੰ ਉਪਦੇਸ਼ ਕਰਨਾ ਵੀ ਨਹੀਂ ਸੀ ਭੁੱਲਿਆ। ਅੰਤਮ ਸਵਾਸਾਂ ਤੱਕ ਵੀ ਬਬੀਹੇ ਦੀ ਤਰ੍ਹਾਂ ਪੁਕਾਰ ਕੇ ਸ਼ਬਦ ਦਾ ਵਿਖਿਆਨ ਕਰਦੇ ਰਹੇ। ਗੁਰਮੁਖ ਗੁਰੂ ਅਰਜਨ ਸਾਹਿਬ ਜੀ ਨੇ ਪ੍ਰੇਮ ਰਸ ਸੁਖ ਰੂਪੀ ਫਲ ਸਹਿਜ ਸਮਾਧ ਸਾਧ ਸੰਗਤ ਹੀ ਜਾਣੀ ਸੀ। ਮੈਂ ਗੁਰੂ ਅਰਜਨ ਤੋਂ ਕੁਰਬਾਨ ਹਾਂ ਜਿਨ੍ਹਾਂ ਦੀ ਇਹ ਅਚਰਜ ਕਰਨੀ ਸੀ। ਭਾਵ ਆਪਣੇ ਅੰਤ ਸਮੇਂ ਸਤਿਗੁਰੂ ਜੀ ਡੋਲੇ ਨਹੀਂ, ਦੁੱਖ ਕਲੇਸ਼ ਚੱਲੇ, ਪਰ ਵਾਹਿਗੁਰੂ ਨਾਲ ਨਿਰੰਤਰ ਜੁੜੇ ਰਹੇ। ਬੜੇ ਕਰੜੇ ਤਸੀਹਾਂ ਵਾਲੀ ਸੱਚੀ ਕੁਰਬਾਨੀ ਦੀ ਸਾਖੀ ਹੈ। ਹੋਰ ਸਾਰੇ ਲਿਖਾਰੀਆਂ ਤੋਂ ਵੱਧ ਤਸੱਲੀ ਤੇ ਨੇੜੇ ਦੀ ਖਬਰ ਪੰਚਮ ਸਤਿਗੁਰਾਂ ਦੇ ਤਸੀਹਾਂ ਤੇ ਚਲਾਣੇ ਦੀ ਭਾਈ ਗੁਰਦਾਸ ਜੀ ਨੂੰ ਹੀ ਸੀ। ਆਪ ਆਪਣੀ ਨਿੱਜ ਦੀ ਜਾਣਕਾਰੀ ਤੋਂ ਦੱਸਦੇ ਹਨ ਕਿ ਜਦੋਂ ਸਤਿਗੁਰ ਜੀ ਨੂੰ ਕਰੜੀ ਭੀੜ ਆ ਪਈ ਤੇ ਕਰੜੇ ਕਸ਼ਟ ਮਿਲੇ, ਤਦ ਵੀ ਆਪ ਆਪਣੇ ਸਾਈਂ ਸੱਚੇ ਪਿਤਾ ਪਰਮਾਤਮਾ ਵਿੱਚ ਲਿਵ ਲੀਨ ਰਹਿ ਕੇ ਸੱਚਖੰਡ ਨੂੰ ਪਧਾਰੇ। ਭਾਈ ਸਾਹਿਬ ਦੀ ਉਗਾਹੀ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਉਸ ਅਤੀ ਕਸ਼ਟਾਂ ਦੇ ਸਮੇਂ ਕਈ ਹੋਰ ਵੀ ਹਾਜ਼ਰ ਸਨ, ਜਿਨ੍ਹਾਂ ਨੂੰ ਸਬਰ ਸੰਤੋਖ ਦਾ ਅਤੇ ਵਾਹਿਗੁਰੂ ਦੇ ਭਾਣੇ ਵਿੱਚ ਵਿਚਰਦਿਆਂ ਉੱਚੇ ਸੁੱਚੇ ਆਚਰਨ ਵਾਲੇ ਬਣੇ ਰਹਿਣ ਦਾ ਉਪਦੇਸ਼ ਦੇਣਾ ਗੁਰੂ ਜੀ ਨਹੀਂ ਸਨ ਭੁੱਲੇ। ਸਤਿਗੁਰੂ ਦਰਿਆਓ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ। ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਓ। ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ। ਪੰਨਾ 17। ਅਰਥ ਉਸ ਹਰਮੰਦਰ ਕਿਲੇ ਉੱਤੇ ਚੜ੍ਹਨ ਵਾਸਤੇ ਗੁਰੂ ਪੌੜੀ ਹੈ। ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਗੁਰੂ ਬੇੜੀ ਹੈ। ਪ੍ਰਭੂ ਦਾ ਨਾਮ ਦੇਣ ਵਾਲਾ ਗੁਰੂ ਹੀ ਤੁਲਹਾ ਹੈ, ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਗੁਰੂ ਹੀ ਦਰਿਆ ਹੈ। ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਗੁਰੂ ਨੂੰ ਮਿਲ ਕੇ ਮਨੁੱਖ ਦੀ ਮੱਤ ਸ਼ੁੱਧ ਹੋ ਜਾਂਦੀ ਹੈ, ਕਿਉਂਕਿ ਮਨੁੱਖ ਸਾਧ ਸੰਗਤ ਸਰੋਵਰ ਵਿੱਚ ਮਾਨਸਿਕ ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ। ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਇਐ ਪੂਰਾ ਨਾਮਣ ਪਸ਼ੂ ਪਰੇ ਤੂੰ ਦੇਵ ਕਰੈ। ਪੰਨਾ 1329। ਅਰਥ ਗੁਰੂ ਨਾਮ ਅੰਮ੍ਰਿਤ ਜਲ ਦਾ ਦਰਿਆ ਹੈ। ਉਸ ਗੁਰੂ ਦਰਿਆ ਵਿੱਚ ਨਾਮ ਅੰਮ੍ਰਿਤ ਇੱਕ ਐਸਾ ਨਿਰਮਲ ਜਲ ਹੈ ਕਿ ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮੱਤ ਦੀ ਮੈਲ ਦੂਰ ਕਰ ਦਿੰਦਾ ਹੈ। ਗੁਰੂ ਮਿਲ ਪਵੇ ਤਾਂ ਉਸ ਗੁਰੂ ਦਰਿਆ ਵਿਚਲੇ ਨਾਮ ਅੰਮ੍ਰਿਤ ਜਲ ਵਿੱਚ ਕੀਤਾ ਆਤਮਿਕ ਇਸ਼ਨਾਨ ਅਜਿਹਾ ਸਫਲ ਇਸ਼ਨਾਨ ਹੈ ਕਿ ਜੋ ਪਸ਼ੂਆਂ ਅਥਵਾ ਪ੍ਰੇਤਾਂ ਤੋਂ ਦੇਵਤੇ ਬਣਾ ਦਿੰਦਾ ਹੈ। ਭਗਤ ਪਾਏ ਭਰਪੂਰ ਦੇ ਉਚਰੇ ਕਰਤਾਰੈ ਗੁਰ ਗਹੋਰ ਦਰਿਆਓ ਪਲਕ ਡੁਬੰਤੈ ਤਾਰੈ। ਪੰਨਾ 1395। ਅਰਥ ਗੁਰੂ ਦਾ ਹਿਰਦਾ ਕਰਤਾਰ ਦੀ ਭਗਤੀ ਦੇ ਪ੍ਰੇਮ ਨਾਲ ਭਰਿਆ ਹੋਇਆ ਹੈ, ਜੋ ਸਦਾ ਕਰਤਾਰ ਨੂੰ ਸਿਮਰਦਾ ਹੈ।
ਸਤਿਗੁਰੂ ਗੰਭੀਰ ਹੈ, ਦਿਲ ਦਾ ਦਰਿਆ ਹੈ, ਡੁੱਬਦੇ ਜੀਵਾਂ ਨੂੰ ਪਲ ਵਿੱਚ ਤਾਰ ਦਿੰਦਾ ਹੈ। ਸਦਾ ਸੁਖ ਮਨ ਵਸੈ, ਦੁੱਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਪੰਨਾ 1392। ਅਰਥ, ਗੁਰੂ ਦੇ ਮਨ ਵਿੱਚ ਸਦਾ ਸੁਖ ਵਸ ਰਿਹਾ ਹੈ। ਉਹ ਸੰਸਾਰ ਦਾ ਦੁੱਖ ਦੂਰ ਕਰ ਰਿਹਾ ਹੈ। ਸਤਿਗੁਰੂ 9 ਨਿਧੀਆਂ ਦਾ ਦਰਿਆ ਹੈ ਜੋ ਸਾਡੀ ਜਨਮ ਜਨਮਾਂਤਰਾਂ ਦੀ ਕਾਲਖ ਧੋ ਦਿੰਦਾ ਹੈ। ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ, ਨਿਰਮਲ ਨਾਵਣ ਨਾਨਕਾ, ਗੁਰ ਤੀਰਥ ਦਰਿਆਓ। ਪੰਨਾ 1411। ਅਰਥ, ਸੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੀ ਜੈਕਾਰ ਕਰਿਆ ਕਰੋ, ਭਾਵ ਪ੍ਰਭੂ ਦੀਆਂ ਵਡਿਆਈਆਂ ਦੀ ਵਿਚਾਰ ਕਰੋ। ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ਗੁਰੂ ਹੀ ਤੀਰਥ ਹੈ, ਗੁਰੂ ਹੀ ਦਰਿਆਓ ਹੈ। ਗੁਰੂ ਤੋਂ ਮਿਲਦੇ ਉਪਦੇਸ਼ ਰੂਪੀ ਅੰਮ੍ਰਿਤ ਜਲ ਵਿੱਚ ਚੁੱਭੀ ਮਾਰੋ, ਉਸ ਅਨੁਸਾਰ ਆਪਣਾ ਜੀਵਨ ਬਣਾਓ। ਭਾਗ 10ਵਾਂ। ਜੀਵਨ ਰੂਪੀ ਦਰਿਆਓ। ਦਿਲ ਦਰਿਆ, ਸੰਸਾਰ ਦਰਿਆ। ਕੀਤਾ ਪਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਪਜੀ। ਅਰਥ, ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ। ਉਸ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ, ਭਾਵ ਕਈਆਂ ਕਿਸਮਾਂ ਦੇ ਜੀਵਾਂ ਦੇ ਸਰੀਰਾਂ ਵਿੱਚ ਜ਼ਿੰਦਗੀ ਰੂਪੀ ਦਰਿਆ ਚੱਲ ਪਿਆ। ਬੇਅੰਤ ਜੀਵ ਹੋਂਦ ਵਿੱਚ ਆ ਗਏ। ਦਿਲ ਦਰਿਆ। ਹੱਕ ਹਲਾਲ, ਬਖੋਰੋ ਖਾਣਾ, ਦਿਲ ਦਰਿਆਓ, ਧੋਵੋ ਮਹਿ ਲਾਣਾ, ਪੀਰ ਪਛਾਣੇ ਪਿਸਤੀ ਸੋਈ, ਅਜ਼ਰਾਈਲ ਨਾ ਦੋਜ ਠਾਰਾ। ਪੰਨਾ 1084। ਅਰਥ, ਖੁਦਾ ਦੇ ਬੰਦੇ, ਹੱਕ ਦੀ ਕਮਾਈ ਕਰਿਆ ਕਰ, ਇਹ ਹੈ ਹਲਾਲ। ਇਹ ਖਾਣਾ ਖਾਇਆ ਕਰ। ਦਿਲ ਵਿੱਚੋਂ ਵਿਤਕਰੇ ਕੱਢ ਕੇ ਦਿਲ ਨੂੰ ਦਰਿਆ ਬਣਾਉਣ ਦੇ ਯਤਨ ਕਰਿਆ ਕਰ। ਇਸ ਤਰ੍ਹਾਂ ਵਿਕਾਰਾਂ ਦੀ ਮੈਲ ਧੋਇਆ ਕਰ। ਹੇ ਅੱਲਾ ਦੇ ਬੰਦੇ, ਜਿਹੜਾ ਮਨੁੱਖ ਆਪਣੇ ਗੁਰੂ ਦੇ ਹੁਕਮਾਂ ਨੂੰ ਪਛਾਣਦਾ ਹੈ, ਉਹ ਸੁਰਗਾਂ ਦਾ ਹੱਕਦਾਰ ਬਣ ਜਾਂਦਾ ਹੈ। ਅਜ਼ਰਾਈਲ ਫਰਿਸ਼ਤਾ ਉਸ ਨੂੰ ਦੋਜ਼ਖ ਵਿੱਚ ਨਹੀਂ ਸੁੱਟਦਾ। ਸੰਸਾਰ ਦਰਿਆ। ਕਿਆ ਸੋਵੇਂ ਨਾਮ ਵਿਸਾਰ, ਗਾਫਲ ਗਹਿਲਿਆ, ਕੀਤੀ ਇਤ ਦਰਿਆਏ, ਵੰਜਨ ਵਹਿੰਦਿਆ। ਪੰਨਾ 398। ਅਰਥ, ਇਹ ਗਾਫਲ ਮਨ, ਇਹ ਬੇਪਰਵਾਹ ਮਨ, ਪਰਮਾਤਮਾ ਦਾ ਨਾਮ ਭੁਲਾ ਕੇ ਕਿਉਂ ਮਾਇਆ ਦੀ ਨੀਂਦ ਵਿੱਚ ਸੌਂ ਰਿਹਾ ਹੈ। ਵੇਖ, ਨਾਮ ਵਿਸਾਰ ਕੇ ਅਨੇਕਾਂ ਹੀ ਜੀਵ ਇਸ ਸੰਸਾਰ ਨਦੀ ਵਿੱਚ ਰੁੜਦੇ ਜਾ ਰਹੇ ਹਨ। ਵੱਧ ਕੇ ਦਰਿਆਓ ਹੋਣਾ। ਸਬਰ ਇਹ ਸੁਭਾਓ, ਜੇ ਤੂੰ ਬੰਦਾ ਦਿੜ ਕਰੇ, ਵੱਧ ਥੀਵੇਂ ਦਰਿਆਓ, ਟੁੱਟ ਨਾ ਥੀਵੇਂ ਵਾਹੜਾ। ਪੰਨਾ 1384। ਅਰਥ, ਹੇ ਬੰਦੇ, ਇਹ ਸਬਰ ਦੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ ਸਬਰ ਨੂੰ ਹਿਰਦੇ ਵਿੱਚ ਪੱਕਾ ਕਰ ਲਵੇਂਗਾ ਤਾਂ ਤੂੰ ਵੱਧ ਕੇ ਦਰਿਆ ਹੋ ਜਾਵੇਂਗਾ, ਪਰ ਘਟ ਕੇ ਨਿੱਕਾ ਜਿਹਾ ਵਹਿਣ ਨਹੀਂ ਬਣੇਗਾ। ਭਾਵ ਸਬਰ ਵਾਲਾ ਜੀਵਨ ਬਣਾਇਆ, ਤੇਰਾ ਦਿਲ ਵੱਧ ਕੇ ਦਰਿਆ ਹੋ ਜਾਏਗਾ। ਤੇਰੇ ਦਿਲ ਵਿੱਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਏਗਾ। ਤੇਰੇ ਅੰਦਰ ਤੰਗ ਦਿਲੀ ਨਹੀਂ ਰਹਿ ਜਾਵੇਗੀ। ਭਾਗ 11ਵਾਂ। ਨਦੀ ਜਾਂ ਦਰਿਆ ਦਾ ਦ੍ਰਿਸ਼ਟਾਂਤ ਹੋਰ ਤਰ੍ਹਾਂ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਹਿ ਛਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਪੰਨਾ 938। ਅਰਥ, ਗੁਰੂ ਨਾਨਕ ਜੀ ਦਾ ਫਰਮਾਨ ਹੈ ਕਿ ਜਿਵੇਂ ਪਾਣੀ ਵਿੱਚ ਉੱਗਿਆ ਹੋਇਆ ਕੌਲ ਫੁੱਲ ਪਾਣੀ ਨਾਲੋਂ ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿੱਚ ਤਰਦੀ ਮੁਰਗਾਈ ਜਾਂ ਮੁਰਗਾਬੀ, ਭਾਵ ਉਸ ਦੇ ਖੰਭ ਵੀ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ ਗੁਰੂ ਦੇ ਗਿਆਨ ਰੂਪੀ ਸ਼ਬਦ ਦੇ ਵਿੱਚ ਸੁਰਤ ਜੋੜ ਕੇ ਉਸ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਅਨੁਸਾਰ ਜੀਵਨ ਜੁਗਤ ਸਵਾਰ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਜਾਵੇ ਤਾਂ ਸੰਸਾਰ ਸਮੁੰਦਰ ਤਰ ਸਕੀਦਾ ਹੈ। ਨਦੀਆਂ ਹੋਵੇਂ ਧੇਣਵਾ, ਸੋਮ ਹੋਵੇਂ ਦੁੱਧ ਕੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਭੀ ਤੂੰ ਹੈ ਸਾਲਾਹਣਾ, ਆਖਣ ਲਹੇ ਨਾ ਚਾਓ। ਪੰਨਾ 142। ਅਰਥ, ਜੇ ਸਾਰੀਆਂ ਨਦੀਆਂ ਮੇਰੇ ਵਾਸਤੇ ਦੁੱਧ ਦਾ ਦਰਿਆ ਵਗਾਉਣ ਵਾਲੀਆਂ ਗਾਈਆਂ ਬਣ ਜਾਣ, ਪਾਣੀ ਦੇ ਚਸ਼ਮੇ ਦੁੱਧ ਅਤੇ ਘਿਓ ਬਣ ਜਾਣ, ਸਾਰੀ ਜ਼ਮੀਨ ਸ਼ੱਕਰ ਬਣ ਜਾਵੇ,
ਇਹਨਾਂ ਪਦਾਰਥਾਂ ਨੂੰ ਵੇਖ ਕੇ ਮੇਰੀ ਜਿੰਦ ਨਿਤ ਖੁਸ਼ੀ ਵੀ ਅਨੁਭਵ ਕਰਦੀ ਹੋਵੇ। ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਵੇ ਤਾਂ ਵੀ ਹੇ ਪ੍ਰਭੂ ਮੈਂ ਇਹਨਾਂ ਪਦਾਰਥਾਂ ਵਿੱਚ ਨਾ ਫਸਾਂ ਤੇ ਤੇਰੀ ਹੀ ਸਿਫਤ ਸਲਾਹ ਕਰਾਂ। ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾ ਜਾਏ। ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੇ, ਜਿਉਂ ਦਰਿਆਵੈ ਢਾਹਾ। ਅੱਗੇ ਦੋਜ਼ਕ ਤਪਿਆ ਸੁਣੀਏ, ਹੂਲ ਪਵੇ ਕਹਾਹਾ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹਾ। ਅਮਲ ਜੇ ਕੀਤਿਆਂ ਦੁਨੀ ਵਿੱਚ, ਸੇ ਦਰਗਾ ਉਗਾਹਾ। ਪੰਨਾ 1383। ਅਰਥ ਫਰੀਦ ਜੀ ਦਾ ਫਰਮਾਨ ਹੈ ਕਿ ਜਿਵੇਂ ਦਰਿਆ ਦਾ ਕੰਢਾ ਹੈ ਜੋ ਪਾਣੀ ਦੇ ਵੇਗ ਨਾਲ ਢਹਿ ਰਿਹਾ ਹੁੰਦਾ ਹੈ, ਇਸੇ ਤਰ੍ਹਾਂ ਮੌਤ ਰੂਪੀ ਨਦੀ ਦਾ ਕੰਢਾ ਜਿਸ ਵਿੱਚ ਬੇਅੰਤ ਜੀਵ ਉਮਰ ਭੋਗ ਕੇ ਡਿੱਗਦੇ ਜਾ ਰਹੇ ਹਨ। ਮੌਤ ਅਗਲੇ ਪਾਸੇ ਵਿਕਾਰੀਆਂ ਵਾਸਤੇ ਤਪੇ ਹੋਏ ਨਰਕ ਸੁਣੀਦੇ ਹਨ। ਉੱਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ। ਕਈ ਭਾਗਾਂ ਵਾਲਿਆਂ ਨੂੰ ਤਾਂ ਸਮਝ ਆ ਗਈ ਹੈ ਕਿ ਇੱਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ, ਪਰ ਕਈ ਬੇਪਰਵਾਹ ਫਿਰ ਰਹੇ ਹਨ। ਜਿਹੜੇ ਅਮਲ ਇੱਥੇ ਦੁਨੀਆ ਵਿੱਚ ਕਰੀਂਦੇ ਹਨ ਉਹ ਰੱਬ ਦੀ ਦਰਗਾਹ ਵਿੱਚ ਮਨੁੱਖ ਦੀ ਜ਼ਿੰਦਗੀ ਦੇ ਗਵਾਹ ਬਣਦੇ ਹਨ। ਫਰੀਦਾ ਦਰਿਆਵੇ ਕੰਨ੍ਹੇ ਬਗੁਲਾ, ਬੈਠਾ ਕੇਲ ਕਰੇ। ਕੇਲ ਕਰਿੰਦੇ ਹੰਝ ਨੂੰ, ਅਚਿੰਤੇ ਬਾਜ ਪਏ ਤਿਸ ਰੱਬ ਦੇ। ਕੇਲਾਂ ਵਿਸਰੀਆਂ, ਜੋ ਮਨ ਚਿੱਤ ਨ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਪੰਨਾ 1383। ਅਰਥ ਹੇ ਫਰੀਦਾ, ਬੰਦਾ ਜਗਤ ਦੇ ਰੰਗ ਤਮਾਸ਼ਿਆਂ ਵਿੱਚ ਮਸਤ ਹੈ। ਜਦੋਂ ਦਰਿਆ ਦੇ ਕੰਢੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ, ਜਿਵੇਂ ਉਸ ਹੰਸ ਵਰਗੇ ਚਿੱਟੇ ਕਲੋਲਾਂ ਕਰਦੇ ਬਗਲੇ ਨੂੰ ਅਚਨਚੇਤ ਬਾਜ ਆ ਪੈਂਦਾ ਹੈ ਅਤੇ ਉਸ ਨੂੰ ਸਾਰੇ ਕਲੋਲ ਕਰਨੇ ਭੁੱਲ ਜਾਂਦੇ ਹਨ ਅਤੇ ਉਸ ਨੂੰ ਆਪਣੀ ਜਾਨ ਬਚਾਉਣ ਦੀ ਪੈ ਜਾਂਦੀ ਹੈ। ਇਹੀ ਹਾਲ ਮੌਤ ਦੇ ਆ ਜਾਣ 'ਤੇ ਬੰਦੇ ਦਾ ਹੁੰਦਾ ਹੈ। ਜੋ ਗੱਲਾਂ ਬੰਦੇ ਦੇ ਕਦੇ ਮਨ ਵਿੱਚ ਚੇਤੇ ਵਿੱਚ ਵੀ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ। ਗੁਰੂ ਦੀ ਸਿੱਖਿਆ ਰੂਪੀ ਦਰਿਆ, ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿਤ ਵਡਿਆਈ। ਨਾਨਕ ਜੇ ਸਿਰ ਖੁੱਤੇ ਨਹਾਵਣ ਨਾਹੀਂ, ਤਾਂ ਸੱਤ ਚੱਟੇ ਸਿਰ ਛਾਈ। ਪੰਨਾ 150। ਅਰਥ ਸਤਿਗੁਰੂ ਮਾਨੋ ਸਮੁੰਦਰ ਹੈ, ਉਸ ਦੀ ਸਿੱਖਿਆ ਮਾਨੋ ਸਾਰੀਆਂ ਨਦੀਆਂ ਹਨ। ਇਸ ਗੁਰੂ ਸਿੱਖਿਆ ਵਿੱਚ ਨਹਾਉਣ ਨਾਲ ਭਾਵ ਸੁਰਤ ਜੋੜਨ ਨਾਲ ਵਡਿਆਈ ਮਿਲਦੀ ਹੈ। ਇਹ ਨਾਨਕ ਇਹ ਸਿਰ ਖੁੱਤੇ ਇਸ ਨਾਮ ਜਲ ਵਿੱਚ ਇਸ਼ਨਾਨ ਨਹੀਂ ਕਰਦੇ ਤਾਂ ਨਿਰੀ ਮੂੰਹ ਕਾਲਖ ਹੀ ਖੱਟਦੇ ਹਨ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 3। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 8ਵੇਂ ਤੋਂ 11ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।